ਹੈਲੋ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਨੂੰ ਪੰਜਾਬ ਪੁਲਿਸ ਜਿਹੜਾ 2026 ਦਾ ਐਗਜ਼ਾਮ ਹੋਣਾ ਇਹਦੇ ਵਾਸਤੇ ਥੋੜ੍ਹਾ ਬਹੁਤ ਸਿਲੇਬਸ ਵਿੱਚੋਂ ਥੋੜ੍ਹੇ ਬਹੁਤ ਇੰਪੋਰਟੈਂਟ ਟੌਪਿਕ ਦੱਸਣਾ ਚਾਹੁੰਦੀ ਹਾਂ ਜੋ ਕਿ ਤੁਹਾਨੂੰ ਹੈਲਪਫੁਲ ਰਹਿਣਗੇ ਤੁਹਾਡਾ ਐਗਜ਼ਾਮ ਕਰੈਕ ਕਰਨ ਵਿੱਚ। ਚਲੋ ਫਿਰ ਤੁਹਾਡਾ ਜ਼ਿਆਦਾ ਟਾਈਮ ਨਾ ਖ਼ਰਾਬ ਕਰਦੇ ਹੋ, ਅਸੀਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ 35 ਨੰਬਰ ਦੀ ਜੀਕੇ ਆਉਂਦੀ ਹੈ। ਜੀਕੇ ਵਿੱਚ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਪੋਲਿਟੀ, ਹਿਸਟਰੀ, ਇਕਨੋਮਿਕ, ਭੂਗੋਲ, ਕਰੰਟ ਅਫੇਅਰ ਅਤੇ ਹੈਲਥ ਐਂਡ ਨਿਊਟ੍ਰੀਸ਼ਨ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਰੰਟ ਅਫੇਅਰ ਬਾਰੇ ਦੱਸਦੀ ਹਾਂ। ਕਰੰਟ ਅਫੇਅਰ ਵੈਸੇ ਇਸ 'ਤੇ ਜ਼ਿਆਦਾ ਲੋਡ ਲੈਣ ਦੀ ਲੋੜ ਨਹੀਂ ਹੈਗੀ, ਬਟ ਜੇ ਤੁਸੀਂ ਫਿਰ ਵੀ ਕਰਨਾ ਚਾਹੁੰਦੇ ਹੋ ਤਾਂ ਵੈਸੇ ਆਉਂਦੇ ਤਾਂ ਹੈਗਾ 4 ਤੋਂ 5 ਕੁਐਸਚਨ ਕਰੰਟ ਅਫੇਅਰਸ ਤੋਂ ਆਉਂਦੇ ਆ। ਤਾਂ ਇਹਦੇ ਵਿੱਚ ਤੁਸੀਂ ਸਿਰਫ ਲਾਸਟ 2 ਤੋਂ ਜਿਹੜੇ 3 ਮੰਥ ਹੈ ਨਾ ਪੇਪਰ ਤੋਂ ਪਹਿਲਾਂ ਦੇ, ਤਾਂ ਉਹ ਵਾਲੇ ਮੰਥ ਦੇ ਤੁਸੀਂ ਕਰੰਟ ਅਫੇਅਰ ਕਰ ਸਕਦੇ ਹੋ। ਤੁਹਾਡੇ ਲਈ ਥੋੜ੍ਹੇ ਬਹੁਤ ਹੈਲਪਫੁਲ ਰਹਿਣਗੇ। ਇਸ ਤੋਂ ਇਲਾਵਾ ਕਰੰਟ ਅਫੇਅਰ 'ਤੇ ਜ਼ਿਆਦਾ ਲੋਡ ਲੈਣ ਦੀ ਲੋੜ ਨਹੀਂ ਹੈਗੀ, ਉੱਥੇ ਤੁੱਕਾ ਵਗੈਰਾ ਵੀ ਲੱਗ ਸਕਦਾ ਹੈ। ਵੈਸੇ ਜੇ ਤੁਹਾਨੂੰ ਆਉਂਦਾ ਹੈ ਤਾਂ ਕਰ ਲਿਓ, ਵੈਸੇ ਨਹੀਂ ਕਰੋ। ਪਰ ਕਰੰਟ ਅਫੇਅਰ ਜਦੋਂ ਮੈਂ ਤਿਆਰੀ ਕੀਤੀ ਸੀ, ਮੈਂ ਕਰੰਟ ਅਫੇਅਰ ਦੀ ਇੰਨਾ ਲੋਡ ਨਹੀਂ ਲਿੱਤਾ। ਔਰ ਉਸ ਤੋਂ ਬਾਅਦ ਹੈਗੀ ਆ ਭੂਗੋਲ। ਪੰਜਾਬ ਦੇ ਭੂਗੋਲ 'ਚ ਸਿਰਫ ਤੁਸੀਂ ਇੰਨੇ ਯਾਦ ਕਰ ਲਿਓ, ਜਿਹੜੇ ਪੰਜਾਬ ਦੀਆਂ ਨਦੀਆਂ ਸਤਲੁਜ, ਰਾਵੀ, ਬਿਆਸ, ਸਾਰੀ ਨਦੀਆਂ ਬਾਰੇ ਪੜ੍ਹ ਲਿਓ। ਬਸ ਇਹਨਾਂ ਬਾਰੇ ਪੁੱਛਦੇ ਹਾਂ ਕਿ ਇਹ ਕਿੱਥੇ ਹੈ ਅਤੇ ਕਿੱਥੇ ਹੈ। ਇਸ ਤੋਂ ਇਲਾਵਾ ਕੁਝ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ। ਔਰ ਇਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਡੈਮ ਵਗੈਰਾ ਪੜ੍ਹ ਲਓ। ਅਤੇ ਪੰਜਾਬ ਦੀ ਅਰਥ ਵਿਵਸਥਾ ਵਿੱਚ ਬਜਟ ਕਰ ਲਿਓ। ਬਜਟ ਇੰਪੋਰਟੈਂਟ ਹੈਗਾ ਆ। ਔਰ ਇਸ ਤੋਂ ਇਲਾਵਾ ਜਿਹੜੀ ਵੀ ਤੁਸੀਂ ਮਤਲਬ ਕੋਈ ਬੁੱਕ ਵਗੈਰਾ ਬਾਏ ਕੀਤੀ ਆ ਤਾਂ ਠੀਕ ਹੈ, ਨਹੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ। ਮੇਰੇ ਕੋਲ ਨੋਟਸ ਪਏ ਆ ਇਕਨੋਮਿਕਸ ਦੇ, ਮੈਂ ਇਕਨੋਮਿਕਸ ਦੇ ਨੋਟਸ ਪਾ ਦੂੰਗੀ। ਔਰ ਪੰਜਾਬ ਦੀ ਹਿਸਟਰੀ ਵੀ ਇੰਨੀ ਇੰਪੋਰਟੈਂਟ ਨਹੀਂ ਹੈਗੀ, ਮਤਲਬ ਕਿਉਂਕਿ ਗੁਰੂਆਂ ਬਾਰੇ ਤਾਂ ਬਹੁਤ ਜ਼ਿਆਦਾ ਹੀ ਘੱਟ ਪੁੱਛਦੇ ਆ। ਉਹਨਾਂ ਦੁਆਰਾ ਜਿਹੜੀ ਪ੍ਰਥਾ ਚਲਾਈ ਹੁੰਦੀ ਹੈ ਨਾ, ਤਾਂ ਉਹਦੇ ਬਾਰੇ ਜ਼ਿਆਦਾ ਪੁੱਛਦੇ, ਤਾਂ ਕਰਕੇ ਤੁਸੀਂ ਉਹਨਾਂ ਦੇ ਮਤਲਬ ਜ਼ਿਆਦਾ ਨਾ ਪੜ੍ਹਿਓ। 1 ਜਾਂ 2 ਵਾਰੀ ਪੜ੍ਹ ਲਿਓ, ਇਨਫ ਰਹੇਗਾ। 1 ਜਾਂ 2 ਵਾਰੀ ਪੜ੍ਹ ਲਿਓ ਬਸ। ਪੋਲਿਟੀ ਦਾ ਮੈਕਸੀਮਮ 7 ਤੋਂ 8 ਕੁਐਸਚਨਸ ਆਉਂਦੇ ਆ, ਤਾਂ ਤੁਸੀਂ ਆਰਟੀਕਲਸ ਯਾਦ ਕਰ ਲਿਓ, ਜਿਵੇਂ ਕਿ ਮੌਲਿਕ ਅਧਿਕਾਰ ਦੇ, DPSP ਦੇ, ਸਿਟੀਜ਼ਨਸ਼ਿਪ ਪਾਰਟ 1। ਔਰ ਇਸ ਤੋਂ ਇਲਾਵਾ ਜਿਹੜੀ ਪੰਚਾਇਤਾਂ ਇੰਪੋਰਟੈਂਟਸ ਹੈਗੀਆਂ ਆ, ਰਾਸ਼ਟਰਪਤੀ ਵਗੈਰਾ, ਅਮੈਂਡਮੈਂਟਸ ਵਗੈਰਾ, ਜਿਹੜੇ ਇੰਪੋਰਟੈਂਟਸ ਹੈਗੇ ਨਾ, ਤੁਸੀਂ ਉਹ ਕਰ ਲਿਓ। ਜੇ ਤੁਹਾਨੂੰ ਨੋਟਸ ਚਾਹੀਦੇ ਆ ਤਾਂ ਮੈਨੂੰ ਕਮੈਂਟ ਕਰ ਦਿਓ, ਮੈਂ ਆਪਣੇ ਟੈਲੀਗ੍ਰਾਮ 'ਤੇ ਪਾ ਦੂੰਗੀ, ਅਤੇ ਟੈਲੀਗ੍ਰਾਮ ਵੀ ਸ਼ੇਅਰ ਕਰ ਦੂੰਗੀ ਨੀਚੇ, ਠੀਕ ਹੈ। ਇਸ ਤੋਂ ਬਾਅਦ ਮੈਥ ਕਿੰਨੇ ਨੰਬਰ ਦਾ ਆਉਂਦਾ? ਮੈਥ ਆਉਂਦਾ 20 ਨੰਬਰ ਦਾ। ਜੇ ਅਸੀਂ ਚਾਹੀਏ ਤਾਂ 20 ਚੋਂ 20 ਹੀ ਕਰੈਕ ਕਰ ਸਕਦੇ ਹਾਂ, ਜੇ ਅਸੀਂ ਬਿਲਕੁਲ ਮੈਥ ਕਰਿਆ ਹੋਵੇ। ਤਾਂ ਸਭ ਤੋਂ ਪਹਿਲਾਂ ਜਿਹੜੇ ਮੈਂ ਟੌਪਿਕਸ ਲਿਖੇ ਹੈ ਇਹਨਾਂ ਦੇ A to Z ਫਾਰਮੂਲੇਸ ਵਗੈਰਾ ਯਾਦ ਕਰ ਲਿਓ। ਸਭ ਤੋਂ ਜ਼ਿਆਦਾ ਕੁਐਸਚਨਸ ਆਉਂਦੇ ਆ ਸਿੰਪਲੀਫਿਕੇਸ਼ਨ ਦੇ। ਔਰ ਉਸ ਤੋਂ ਇਲਾਵਾ ਪ੍ਰੋਫਿਟ ਐਂਡ ਲੋਸ ਦੇ ਵੀ 2 ਤੋਂ 3 ਕੁਐਸਚਨਸ ਆਉਂਦੇ ਆ। ਸਿੰਪਲ ਹੀ ਹੁੰਦੇ ਆ। ਸਿੰਪਲ ਇੰਟਰਸਟ ਦਾ ਤਾਂ ਫਾਰਮੂਲਾ ਯਾਦ ਕਰ ਲਿਓ। ਔਰ ਇਸ ਤੋਂ ਇਲਾਵਾ ਪਰਸੈਂਟੇਜ ਦੇ ਵੀ ਸਿੰਪਲ ਜਿਹੇ ਕੁਐਸਚਨਸ ਹੁੰਦੇ ਆ, ਜ਼ਿਆਦਾ ਔਖੇ ਨਹੀਂ ਹੁੰਦੇ, ਤਾਂ ਤੁਸੀਂ ਉਹ ਵੀ ਯਾਦ ਕਰ ਲਿਓ। ਕਿਉਂਕਿ ਸੇਵਿੰਗਸ ਵਗੈਰਾ ਉਹੀ ਪਾਈਪ ਐਂਡ ਸਿਸਟਮ ਤੋਂ ਥੋੜ੍ਹੇ ਜਿਹੇ ਔਖੇ ਜਿਹੇ ਕੁਐਸਚਨਸ ਆਉਂਦੇ ਆ। ਤੁਸੀਂ ਪਾਈਪ ਐਂਡ ਸਿਸਟਮ ਥੋੜ੍ਹਾ ਜਿਹਾ ਮਤਲਬ ਇੰਪੋਰਟੈਂਟ 'ਚ ਰੱਖੋ, ਇਹਨੂੰ ਇੰਪੋਰਟੈਂਟ 'ਚ ਰੱਖੋ, ਕਿਉਂਕਿ ਮੇਰੇ ਕੋਲ ਵੀ ਇੱਕ ਕੁਐਸਚਨ ਪਿਛਲੀ ਵਾਰੀ ਫਸ ਗਿਆ ਸੀ ਇਹਦਾ। ਟਾਈਮ ਐਂਡ ਡਿਸਟੈਂਸ ਤੋਂ 1 ਜਾਂ 2 ਕੁਐਸਚਨ ਉਹ ਵੀ ਔਖਾ ਜਿਹਾ ਹੀ ਆਏਗਾ। ਟਾਈਮ ਐਂਡ ਵਰਕ ਤੋਂ ਵੀ ਕੁਐਸਚਨਸ ਆਉਂਦੇ ਆ, ਮੀਡੀਅਮ ਜਿਹੇ ਕੁਐਸਚਨਸ ਆਉਂਦੇ ਆ, ਬਟ ਤੁਸੀਂ ਕਰ ਲਿਓ। ਰੇਸ਼ੀਓ ਤੋਂ ਆਸਾਨ ਕੁਐਸਚਨ ਆਉਂਦੇ ਆ, ਐਵਰੇਜ ਤੋਂ ਆਸਾਨ ਕੁਐਸਚਨ ਆਉਂਦੇ ਆ। ਤਾਂ ਤੁਸੀਂ ਮੇਨ ਸਭ ਤੋਂ ਔਖਾ ਜਿਹੜਾ ਹੈਗਾ ਪਾਈਪ ਐਂਡ ਸਿਸਟਮ ਔਰ ਟਾਈਮ ਐਂਡ ਡਿਸਟੈਂਸ ਤੋਂ ਸ਼ਾਇਦ ਕੋਈ ਕੁਐਸਚਨਸ ਆਉਂਦਾ ਹੈ ਨਹੀਂ, ਜੇ ਆ ਗਿਆ ਤਾਂ ਦੇਖ ਲਿਓ, ਬਟ ਇਹਦੇ ਫਾਰਮੂਲਾ ਜ਼ਰੂਰ ਯਾਦ ਕਰ ਲਿਓ, ਫਾਰਮੂਲੇਸ ਵਗੈਰਾ। ਟਾਈਮ ਐਂਡ ਵਰਕ ਵੀ ਇੰਪੋਰਟੈਂਟ ਹੈ, ਰੇਸ਼ੀਓ ਵੀ ਇੰਪੋਰਟੈਂਟ ਹੈ, ਔਰ ਐਵਰੇਜ ਵੀ ਇੰਪੋਰਟੈਂਟ ਹੈ। ਕੁਐਸਚਨਸ ਤਾਂ ਬਿਲਕੁਲ ਆਸਾਨ ਆਉਂਦੇ, ਬਟ ਤੁਸੀਂ ਸਾਰਿਆਂ ਦੇ ਫਾਰਮੂਲੇਜ਼ ਯਾਦ ਕਰ ਲਿਓ, ਤਾਂ ਉੱਥੇ ਜਾ ਕੇ ਕਨਫਿਊਜ਼ ਨਾ ਹੋ ਕੇ ਫਾਰਮੂਲੇਜ਼ ਵਗੈਰਾ ਪੁੱਟ ਕਰਕੇ ਹੋ ਜਾਂਦੇ ਆ ਸਾਰੇ ਕੁਐਸਚਨਸ, ਕਿਉਂਕਿ ਮੇਰੇ ਵੱਲੋਂ ਵੀ ਐਵੇਂ ਹੀ ਹੋਇਆ ਸੀ। ਤਾਂ ਇਹੀ ਮੇਨ ਟੌਪਿਕਸ ਹੈ, ਸਿਰਫ ਇਹਨਾਂ 'ਚ ਹੀ ਕਰ ਲਿਓ, ਕਵਰ ਹੋ ਜਾਏਗਾ। ਜੇ ਤੁਸੀਂ ਹੁਣ ਤੋਂ ਤਿਆਰੀ ਸਟਾਰਟ ਕੀਤੀ ਹੈ ਤਾਂ ਤੁਸੀਂ ਮੰਨ ਲਓ 17 ਚੋਂ 20 ਚੋਂ 17 ਨਹੀਂ, ਚਲੋ 15 ਤਾਂ ਤੁਹਾਡੇ ਆ ਹੀ ਜਾਣਗੇ। ਸਿੰਪਲੀਫਿਕੇਸ਼ਨ ਦੇ ਆਸਾਨ ਕੁਐਸਚਨ ਹੁੰਦੇ ਆ, ਬੋਰਡ ਮਾਸ ਯਾਦ ਕਰ ਲਿਓ। ਐਵਰੇਜ ਦੇ ਫਾਰਮੂਲਾ, ਐਵਰੇਜ ਦੇ ਜਿੰਨੇ ਵੀ ਫਾਰਮੂਲੇਜ਼ ਹੈਗੇ ਆ, ਮੋਡ ਮੀਡੀਅਨ ਵਾਲੇ, ਉਹ ਵੀ ਸਾਰੇ ਯਾਦ ਕਰ ਲਿਓ। ਰੇਸ਼ੀਓ ਦੇ ਵੀ ਯਾਦ ਕਰ ਲਿਓ। ਟਾਈਮ ਐਂਡ ਵਰਕ ਹੀ ਥੋੜ੍ਹਾ ਜਿਹਾ ਇੰਪੋਰਟੈਂਟ ਹੈ। ਪਾਈਪ ਐਂਡ ਸਿਸਟਮ ਵੀ ਇੰਪੋਰਟੈਂਟ ਹੈ, ਇਸ ਤੋਂ ਥੋੜ੍ਹੇ ਜਿਹੇ ਔਖੇ ਕੁਐਸਚਨ ਆਉਂਦੇ ਆ। ਔਰ ਪ੍ਰੋਫਿਟ ਐਂਡ ਲੋਸ 'ਚ ਪਾਰਟਨਰਸ਼ਿਪ 'ਚ ਥੋੜ੍ਹੇ ਜਿਹੇ ਟੇਢੇ ਜਿਹੇ ਕੁਐਸਚਨਸ ਆਉਂਦੇ ਆ, ਜਿਹੜੇ SSC CGL ਵਗੈਰਾ 'ਚ ਪੁੱਛੇ ਜਾਂਦੇ ਆ। ਤਾਂ ਤੁਸੀਂ ਦੇਖ ਲਿਓ, ਜੇ ਹੋ ਗਏ ਤਾਂ ਵੈਸੇ ਫਾਰਮੂਲੇਸ ਵੀ ਯਾਦ ਕਰ ਲਿਓ, ਠੀਕ ਹੈ। ਉਸ ਤੋਂ ਬਾਅਦ ਬਾਰੀ ਹੈਗੀ ਆ ਹੁਣ ਰੀਜ਼ਨਿੰਗ ਦੀ।
ਰੀਜ਼ਨਿੰਗ 'ਚ ਵੀ 20 ਨੰਬਰ ਦੀ ਆਉਂਦੀ ਹੈ ਤਾਂ ਅਸੀਂ ਈਜ਼ੀਲੀ 20 'ਚੋਂ 20 ਕਰੈਕ ਕਰ ਸਕਦੇ ਹਾਂ। ਉਹ ਕਿਵੇਂ? ਹੁਣ ਸਟੇਟਮੈਂਟ ਐਂਡ ਕਨਕਲੂਜਨ, ਆਰਡਰ ਐਂਡ ਰੈਂਕਿੰਗ, ਬਲੱਡ ਰਿਲੇਸ਼ਨ, ਡਿਸਟੈਂਸ ਐਂਡ ਡਾਇਰੈਕਸ਼ਨ, ਸੀਕੁਐਂਸਿੰਗ, ਨੰਬਰ ਲੈਟਰ ਐਂਡ ਪੈਟਰਨ ਕੰਪਲੀਸ਼ਨ। ਇਹ ਬਹੁਤ ਹੀ ਜ਼ਿਆਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਬਹੁਤ ਹੀ ਜ਼ਿਆਦਾ ਆਸਾਨ ਪੁੱਛ ਜਾਂਦਾ। ਜੇ ਤੁਹਾਨੂੰ ਥੋੜ੍ਹੀ ਜਿਹੀ ਵੀ ਕਨਫਿਊਜ਼ਨ ਆਏਗੀ ਨਾ ਆਰਡਰ ਐਂਡ ਰੈਂਕ 'ਚ ਆਏਗੀ, ਇਹ ਥੋੜ੍ਹੀ ਜਿਹੀ ਇੰਪੋਰਟੈਂਟ ਮੰਨ ਕੇ ਚਲੋ ਪਲੀਜ਼। ਇਹਦੇ ਫਾਰਮੂਲੇਸ ਯਾਦ ਕਰ ਲਿਓ, ਉੱਥੇ ਥੋੜ੍ਹੀ ਜਿਹੀ ਦਿੱਕਤ ਇਹਦੇ 'ਚ ਆ ਸਕਦੀ ਹੈ। ਇਸ ਤੋਂ ਇਲਾਵਾ ਬਲੱਡ ਰਿਲੇਸ਼ਨ ਆਸਾਨ ਆਉਂਦਾ ਹੈ, ਉਹੀ ਕੋਡਿੰਗ ਵਾਲਾ ਬਲੱਡ ਰਿਲੇਸ਼ਨ। ਡਿਸਟੈਂਸ ਡਾਇਰੈਕਸ਼ਨ ਵੀ ਆਸਾਨ ਹੈ, ਬਸ ਸਿੱਧਾ ਪੁੱਛਣਗੇ ਇੱਥੇ ਕਿੱਥੋਂ ਕਿਹੜੀ ਦਿਸ਼ਾ ਵਿੱਚ ਗਿਆ, ਇੱਧਰ ਉੱਧਰ ਭੇਜ ਕੇ। ਸਿਕੁਐਂਸਿੰਗ ਆਸਾਨ ਹੈ, 2 3 ਐਵੇਂ ਹੋਏਗਾ, ਐਂ ਕਹਿਣਗੇ ਵੀ ਇੱਧਰੋਂ ਕਿੰਨਵੇਂ ਨੰਬਰ 'ਤੇ ਇੱਧਰੋਂ ਕਿੰਨਵੇਂ ਨੰਬਰ 'ਤੇ ਆ। ਨੰਬਰ ਐਂਡ ਲੈਟਰ ਸੀਰੀਜ਼ ਵੀ ਬਹੁਤ ਹੀ ਜ਼ਿਆਦਾ ਆਸਾਨ ਆਉਂਦੀ ਹੈ, ਤਾਂ ਤੁਸੀਂ ਇਹਦੇ ਘਬਰਾਉਣ ਦੀ ਲੋੜ ਨਹੀਂ। ਬਸ ਥੋੜ੍ਹਾ ਜਿਹਾ ਇੱਕ ਵਾਰੀ ਸਾਰਿਆਂ ਦਾ ਪ੍ਰੈਕਟਿਸ ਕਰਕੇ ਚਲੇ ਜਾਈਓ, ਤਾਂ ਮਤਲਬ 20 'ਚੋਂ 20 ਨਹੀਂ ਤਾਂ 19 18 19 ਤਾਂ ਆ ਹੀ ਜਾਣਗੇ। ਆਸਾਨ ਬਹੁਤ ਆਉਂਦੀ ਹੈ। ਇੰਗਲਿਸ਼ 10 ਨੰਬਰ ਦੀ ਇੰਗਲਿਸ਼ ਆਉਂਦੀ ਆ, ਉਹਦੇ ਵਿੱਚੋਂ ਪੈਰਾਗ੍ਰਾਫ ਹੁੰਦਾ ਇੱਕ। ਪੈਰਾਗ੍ਰਾਫ ਅਗਰ ਤੁਸੀਂ ਕਰਨਾ ਹੈ ਤਾਂ ਪੈਰਾਗ੍ਰਾਫ ਦੇ ਹੀ 2 ਜਾਂ 3 ਨੰਬਰ, 2 ਜਾਂ 3 ਕੁਐਸਚਨਸ ਹੁੰਦੇ ਆ, ਤਾਂ ਉਹਦੇ ਈਜ਼ੀਲੀ ਹੋ ਜਾਂਦੇ ਆ। ਤਾਂ ਇਸ ਤੋਂ ਇਲਾਵਾ ਜਿਹੜੀ ਵੋਕੈਬ ਹੈ ਥੋੜ੍ਹੀ ਬਹੁਤ ਪੜ੍ਹ ਲਿਓ, ਜ਼ਿਆਦਾ ਪੜ੍ਹਨ ਦੀ ਲੋੜ ਨਹੀਂ। ਜ਼ਿਆਦਾ ਦਿਮਾਗ ਮੈਥ ਔਰ ਰੀਜ਼ਨਿੰਗ 'ਤੇ ਹੀ ਲਗਾਇਓ। ਇੰਗਲਿਸ਼ 'ਚ ਤਾਂ 10 'ਚੋਂ 7 ਨੰਬਰ ਤਾਂ ਆ ਹੀ ਜਾਂਦੇ ਆ, ਜੇ ਖੁਦ ਤੁੱਕੇ ਨਾਲ ਵੀ ਕਰਕੇ ਆਏ ਬੰਦਾ। ਇਸ ਤੋਂ ਬਾਅਦ ਹੈਗੀ ਆ ਪੰਜਾਬੀ। ਸ਼ੁੱਧ ਸਮਾਨਾਰਥਕ, ਅਖਾਣ, ਮੁਹਾਵਰੇ, ਬਹੁਤ ਸ਼ਬਦਾਂ, ਡਿੱਠਾ ਪੈਰਾ। ਜੇ ਤੁਹਾਡੇ ਕੋਲ 10ਵੀਂ 10th ਕਲਾਸ ਦੀ ਵੀ ਬੁੱਕ ਹੈਗੀ ਆ ਨਾ, ਤਾਂ ਉਹ ਪੜ੍ਹ ਲਿਓ। ਵੈਸੇ 10 ਨੰਬਰ ਦੀ ਆਉਂਦੀ, ਇਹਦੇ ਵਿੱਚ ਡਿੱਠੇ ਪੈਰੇ ਦੇ 3 ਕੁਐਸਚਨ ਹੁੰਦੇ ਆ, ਅਤੇ ਬਾਕੀ ਕੁਐਸਚਨ ਵੀ ਆਸਾਨੀ ਨਾਲ ਹੋ ਜਾਂਦੇ ਆ। ਜੇ ਤੁਹਾਡੇ ਕੋਲ PP ਦੀ ਬੁੱਕ ਹੈਗੀ ਆ ਕੋਈ ਤਾਂ ਠੀਕ ਹੈ, ਨਹੀਂ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਅਪਲੋਡ ਕਰ ਦਾਂਗੀ, ਠੀਕ ਹੈ। ਇਸ ਤੋਂ ਬਾਅਦ ਕੰਪਿਊਟਰ। 5 ਨੰਬਰ ਦਾ ਕੰਪਿਊਟਰ ਆਉਂਦਾ ਹੈ, ਤਾਂ 5 ਨੰਬਰ ਦੇ ਕੰਪਿਊਟਰ ਲਈ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ। ਫੁੱਲ ਫੋਰਮਸ ਪੜ੍ਹ ਲਿਓ, ਕਿਉਂਕਿ ਮੈਂ ਜਦੋਂ ਪੇਪਰ ਦੇਣ ਗਈ ਸੀ ਮੇਰੇ ਤੋਂ AI ਤੋਂ ਕੁਐਸਚਨ ਪੁੱਛਿਆ ਹੋਇਆ ਸੀ, ਮੋਡਮ ਤੋਂ ਕੁਐਸਚਨ ਪੁੱਛਿਆ ਹੋਇਆ ਸੀ। ਮਤਲਬ ਅੱਜ ਕੱਲ੍ਹ ਦੇ ਜਿਹੜੇ ਡਿਜੀਟਲ ਹੈ ਨਾ, ਡਿਜੀਟਲ ਹੈ, ਮਤਲਬ ਜਿਹੜੇ ਨਿਊਜ਼ 'ਚ ਆਉਂਦੇ ਆ ਉਹ ਵਾਲੇ ਕੁਐਸਚਨ ਪੁੱਛੇ ਹੋਏ ਸੀ, ਤਾਂ ਕਰਕੇ ਬੁੱਕਸ ਵਗੈਰਾ ਇੰਨੀ ਲੋਡ ਲੈ ਕੇ ਪੜ੍ਹਨ ਦੀ ਲੋੜ ਨਹੀਂ। ਤਾਂ ਸਿਰਫ ਤੁਸੀਂ ਤਾਂ ਬੁੱਕਸ ਵਗੈਰਾ 'ਤੇ ਲੋਡ ਲੈ ਕੇ ਕੰਪਿਊਟਰ ਬਾਰੇ ਪੜ੍ਹਨ ਦੀ ਲੋੜ ਨਹੀਂ ਕਿ 5 ਨੰਬਰ ਹੈ 5 ਨੰਬਰ ਹੈ। ਅਗਰ ਤੁਸੀਂ ਫਿਰ ਵੀ ਥੋੜ੍ਹਾ ਬਹੁਤ ਇਹ ਕੰਪਿਊਟਰ ਬਾਰੇ ਜਾਣਦੇ ਆ, ਤੁਸੀਂ ਕਲਾਸਾਂ 'ਚ ਪੜ੍ਹਿਆ ਆ 9ਵੀਂ 10ਵੀਂ 'ਚ, ਤਾਂ ਤੁਸੀਂ ਈਜ਼ੀਲੀ ਕਰ ਸਕਦੇ ਹੋ। 5 ਨਹੀਂ, 5 'ਚ 4 3 ਨੰਬਰ ਆ ਹੀ ਜਾਣਗੇ, ਕਿਉਂਕਿ ਫੁੱਲ ਤੋਂ ਕਿਸੇ ਦੇ ਨਹੀਂ ਆਉਂਦੇ ਹੈਗੇ। ਫੁੱਲ ਕਰਨ ਲਈ ਤਾਂ ਕੁਛ ਜ਼ਿਆਦਾ ਹੀ ਪੜ੍ਹਨਾ ਪਏਗਾ। ਚਲੋ ਜੀ, ਅਗਰ ਤੁਹਾਨੂੰ ਕੋਈ ਵੀ ਇਨਕੁਆਇਰੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਮੈਂ ਹਰ ਕੋਈ ਹੈਲਪ ਕਰੂੰਗੀ। ਮੇਰੇ ਖੁਦ ਦੇ ਨੰਬਰ ਵੀ 90 ਦੇ ਕਰੀਬ ਸੀ 2025 'ਚ। ਮੈਂ ਵੀ ਇਹੀ ਸਟ੍ਰੈਟੇਜੀ ਅਪਣਾਈ ਹੈ। ਜਦ ਤੁਸੀਂ ਵੀ ਕੋਈ ਵੀ ਕੁਐਸਚਨ ਹੈ ਤਾਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ, ਅਤੇ ਆਪਣੀ ਤਿਆਰੀ 'ਤੇ ਧਿਆਨ ਦਿਓ।